ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਆਪਣੀ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ, ਸੰਸਾਰ ਦੁਖੀ ਕਿਉਂ ਹੈ, ਦੁਨੀਆ ਦੁਖੀ ਕਿਉਂ ਹੈ। ਸਤਿਗੁਰੂ ਜੀ ਨੇ ਪਵਿੱਤਰ ਬਾਣੀ ਰਾਹੀਂ ਫਰਮਾਨ ਦਿੱਤਾ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਤਿਗੁਰੂ ਜੀ ਦਾ ਇਹ ਪਵਿੱਤਰ ਫਰਮਾਨ ਹੈ ਕਿ ਦੁੱਖ ਰੋਗ ਸੰਤਾਪ ਸਭ ਉਤਰ ਜਾਂਦੇ ਹਨ, ਖਤਮ ਹੋ ਜਾਂਦੇ ਹਨ, ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਕਦੋਂ? ਜਦੋਂ ਸੁਣੀ ਸੱਚੀ ਬਾਣੀ, ਜਦੋਂ ਮੇਰੇ ਸੱਚੇ ਸਾਹਿਬਾਂ ਦੀ ਸੱਚੀ ਬਾਣੀ ਸੁਣ ਲਈ, ਉਦੋਂ ਸਾਰੇ ਦੁੱਖ ਰੋਗ ਸੰਤਾਪ ਨਸ਼ਟ ਹੋ ਜਾਂਦੇ ਨੇ, ਗਲੋਂ ਲੈ ਜਾਂਦੇ ਨੇ, ਉਤਰ ਜਾਂਦੇ ਨੇ। ਪਰ ਆਪਾਂ ਇੰਨੀ ਵਾਰ ਸੁਣਦੇ ਹਾਂ, ਆਪਾਂ ਇੰਨੇ ਕਥਾ ਕੀਰਤਨ ਵਿਚਾਰ ਸੁਣੇ ਨੇ, ਇੰਨੀ ਵਾਰ ਆਪਾਂ ਗੁਰਬਾਣੀ ਸਰਵਣ ਕੀਤੀ ਹੁੰਦੀ ਹੈ, ਪਰ ਫਿਰ ਵੀ ਸ਼ਿਕਾਇਤ ਰਹਿੰਦੀ ਹੈ ਕਿ ਘਰ ਦੇ ਵਿੱਚ ਕਲੇਸ਼ ਨੇ, ਦੁੱਖ ਨੇ, ਰੋਗ ਨੇ, ਪਰੇਸ਼ਾਨ ਰਹਿੰਦੇ ਹਾਂ। ਇਸ ਦਾ ਮਤਲਬ ਹੈ ਕਿ ਕਿਤੇ ਤਾਂ ਕੋਈ ਚੱਕਰ ਹੈ ਜੋ ਅਸੀਂ ਸਮਝ ਨਹੀਂ ਸਕ ਰਹੇ, ਕਿਤੇ ਕੋਈ ਸਮੱਸਿਆ ਹੈ, ਜਿਸ ਕਰਕੇ ਇਹ ਸਾਰੀਆਂ ਸਮੱਸਿਆਵਾਂ ਸਾਡੇ ਨਾਲ ਨੇ। ਅੱਜ ਦੇ ਆਪਾਂ ਗੁਰਬਾਣੀ ਕਥਾ ਵਿਚਾਰ 'ਚ ਇਹੀ ਗੱਲਬਾਤ ਕਰਨੀ ਹੈ ਕਿ ਕਿੱਥੇ ਡਿਫਰੈਂਸ ਆ, ਕਿੱਥੇ ਅਸੀਂ ਗੱਲ ਸਮਝ ਨਹੀਂ ਸਕੇ। ਸਤਿਗੁਰ ਦੇ ਹੁੰਦਿਆਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੁੰਦਿਆਂ ਅੱਜ ਸੰਸਾਰ ਦੇ ਵਿੱਚ ਇੰਨਾ ਦੁੱਖ ਰੋਗ ਸੰਤਾਪ ਸਮੱਸਿਆਵਾਂ ਮੁਸੀਬਤਾਂ ਫੈਲੀਆਂ ਹੋਈਆਂ ਨੇ। ਪਤਾ ਕਿਉਂ? ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਸਮਝੀ, ਸਤਿਗੁਰੂ ਜੀ ਦੀ ਲਿਖੀ ਹੋਈ ਗੱਲ ਨੂੰ ਸੁਣਿਆ ਨਹੀਂ, ਸਮਝਿਆ ਨਹੀਂ। ਜੇ ਸੁਣਿਆ ਹੈ ਤਾਂ ਗੁਰੂ ਦੀ ਗੱਲ ਨੂੰ ਘਰ ਨਹੀਂ ਲੈ ਕੇ ਆਏ, ਜਿੱਥੇ ਸੁਣੀ ਹੈ ਉੱਥੇ ਛੱਡ ਆਏ ਹਾਂ। ਇੱਕ ਕੰਨ ਵਿੱਚ ਪਾ ਕੇ ਦੂਜੇ ਰਾਹੀਂ ਕੱਢ ਦਿੱਤੀ ਹੈ, ਕਿਉਂਕਿ ਹੋਰ ਦੁਨਿਆਵੀ ਗੱਲਾਂ ਬਹੁਤ ਨੇ ਜਿਹੜੀਆਂ ਅਸੀਂ ਆਪਦੇ ਪੱਲੇ ਬੰਨ੍ਹ ਲਈਆਂ ਨੇ, ਪਰ ਸਤਿਗੁਰੂ ਜੀ ਦੀ ਗੱਲ ਅਸੀਂ ਪੱਲੇ ਨਹੀਂ ਬੰਨ੍ਹ ਸਕੇ। ਅਸੀਂ ਸੱਚੇ ਸਾਹਿਬ ਦੀ ਸੱਚੀ ਬਾਣੀ ਸਮਝ ਹੀ ਨਹੀਂ ਸਕੇ। ਸਤਿਗੁਰ ਅੱਗੇ ਫਰਮਾਉਂਦੇ ਹਨ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸਨਾਨ। ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਜੇ ਗੁਰੂ ਦੀ ਗੱਲ ਸੁਣ ਲਈ ਤਾਂ ਫਿਰ ਹੋਰ ਦੁਨਿਆਵੀ ਕਿਤਾਬਾਂ ਪੜ੍ਹਨ ਦੀ ਜ਼ਰੂਰਤ ਨਹੀਂ ਪੈਣੀ। ਜਿਨ੍ਹਾਂ ਨੇ ਆਪਣੇ ਗੁਰੂ ਦੀ ਗੱਲ ਸੁਣ ਲਈ ਹੈ, ਉਹਨਾਂ ਨੂੰ ਸਾਰੇ ਗਿਆਨ ਦੀ ਪ੍ਰਾਪਤੀ ਗੁਰੂ ਦੀ ਗੱਲ ਤੋਂ ਹੀ ਹੋ ਜਾਣੀ ਹੈ। ਪਰ ਜਿਹੜਾ ਸਾਡਾ ਸਿਰ ਹੈ, ਜਿਹੜਾ ਸਾਡਾ ਖੋਪੜ ਹੈ, ਉਹਦੇ ਵਿੱਚ ਜਿਹੜਾ ਦਿਮਾਗ ਹੈ, ਉੱਥੇ ਬੜਾ ਕੁਛ ਪੁੱਠਾ ਸਿੱਧਾ ਭਰਿਆ ਪਿਆ, ਬਹੁਤ ਕੁਛ ਚੱਲ ਰਿਹਾ, ਗੰਦਗੀ ਭਰੀ ਪਈ ਹੈ। ਇੱਕ ਦੂਜੇ ਪ੍ਰਤੀ ਈਰਖਾ ਦੀ, ਕ੍ਰੋਧ ਦੀ, ਬਥੇਰੀ ਕਿਸਮ ਦੀ ਗੰਦੀ ਸੋਚ ਨਾਲ ਅਸੀਂ ਉਹ ਖੋਪੜ ਭਰ ਰੱਖਿਆ, ਜਿਸ ਨੇ ਸਾਡੀ ਬੁੱਧ ਨੂੰ, ਸਾਡੀ ਸਮਝਣ ਦੀ ਸ਼ਕਤੀ ਨੂੰ ਜਿੰਦਰੇ ਲਾ ਦਿੱਤੇ ਨੇ। ਫਿਰ ਗੁਰੂ ਦੀ ਗੱਲ ਕਿੱਥੋਂ ਪੱਲੇ ਪੈ ਜਾਵੇਗੀ? ਗੁਰੂ ਦੀ ਗੱਲ ਤਾਂ ਉਸੇ ਭਾਂਡੇ ਦੇ ਵਿੱਚ ਪਵੇਗੀ ਨਾ ਜਿਹੜਾ ਭਾਂਡਾ ਖਾਲੀ ਹੋਵੇਗਾ। ਜਿਹੜਾ ਅਸੀਂ ਪਹਿਲਾਂ ਹੀ ਭਰ ਰੱਖਿਆ ਉਹਦੇ ਵਿੱਚ ਕੀ ਪਵੇਗਾ? ਜੇ ਕੋਈ ਚੀਜ਼ ਪਾਉਣ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਉਹ ਡੁੱਲ ਜਾਵੇਗੀ। ਸਤਿਗੁਰੂ ਜੀ ਅੱਗੇ ਹੁਕਮ ਕਰਦੇ ਹਨ, ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਤਿਗੁਰੂ ਜੀ ਨੇ ਜਪਜੀ ਸਾਹਿਬ ਦੇ ਵਿੱਚ ਹੀ ਇਹ ਹੁਕਮ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਬੰਦਿਆ, ਤੇਰੀ ਮੱਤ ਦੇ ਭਾਂਡੇ ਵਿਚਲਾ ਗੰਦ ਕੱਢ ਕੇ ਉੱਥੇ ਹੀਰੇ ਰਤਨ ਜਵਾਹਰ ਭਰ ਦਊਂਗਾ। ਬਸ ਕਰਨਾ ਕੁਝ ਨਹੀਂ, ਤੂੰ ਗੁਰੂ ਦੀ ਗੱਲ ਸੁਣ ਲਾ ਬੰਦਿਆ। ਗੁਰੂ ਦੀ ਸਿਰਫ ਇੱਕ ਗੱਲ ਸੁਣ ਲਾ, ਇੱਕ ਸਿੱਖਿਆ ਸੁਣ ਲਾ ਬੰਦਿਆ। ਜੇ ਇੱਕ ਗੁਰੂ ਕੀ ਸਿੱਖ ਸੁਣੀ, ਸਿਰਫ ਇੱਕ ਸਿੱਖਿਆ, ਬਹੁਤਾ ਨਹੀਂ, ਬਹੁਤੇ ਲੰਮੇ ਚੱਕਰ ਦੇ ਵਿੱਚ ਨਾ ਪੈ, ਸਿਰਫ ਇੱਕ ਗੱਲ ਸੁਣ ਲੈ। ਇੱਕ ਕਿਹੜੀ ਮਹਾਰਾਜ? ਸਤਿਗੁਰੂ ਜੀ ਕਹਿੰਦੇ ਨੇ ਝੂਠ ਬੋਲਣਾ ਛੱਡ ਦੇ। ਇੱਕ ਗੱਲ ਝੂਠ ਦਾ ਪੱਲਾ ਛੱਡ ਦੇ, ਸ਼ੁਰੂਆਤ ਹੋ ਜਾਵੇਗੀ। ਸਤਿਗੁਰ ਵਾਲੇ ਪਾਸੇ ਨੂੰ ਪਹਿਲਾ ਕਦਮ ਪੁੱਟਿਆ ਜਾਵੇਗਾ ਜੇਕਰ ਝੂਠ ਬੋਲਣਾ ਛੱਡ ਦਿੱਤਾ। ਰੱਬ ਆਵੇਗਾ, ਰੱਬ ਤੇਰੀ ਜ਼ਿੰਦਗੀ ਦੇ ਵਿੱਚ ਪੱਕਾ ਹੀ ਆਵੇਗਾ ਭਾਈ, ਜੇ ਤੂੰ ਪਹਿਲਾ ਕਦਮ ਪੁੱਟ ਲਿਆ। ਕਿਉਂਕਿ ਰੱਬ ਉੱਥੇ ਹੀ ਆਉਂਦਾ ਹੈ ਜਿੱਥੇ ਸੱਚ ਹੈ। ਜਿੱਥੇ ਝੂਠ ਹੈ, ਰੱਬ ਉਹਦੇ ਕੋਲ ਦੀ ਵੀ ਨਹੀਂ ਲੰਘ ਸਕਦਾ। ਸੱਚੇ ਥਾਂ, ਸੱਚੇ ਹਿਰਦੇ ਦੇ ਵਿੱਚ ਹੀ ਸਤਿਗੁਰ ਆਉਂਦਾ ਹੈ। ਸਾਡੀ ਜ਼ਿੰਦਗੀ ਦੇ ਵਿੱਚ ਸੱਚ ਨਹੀਂ ਸੀ ਤਾਂ ਰੱਬ ਸਾਡੇ ਤੋਂ ਦੂਰ ਹੋ ਗਿਆ। ਰੱਬ ਨੇੜੇ ਆਉਣਾ ਚਾਹੁੰਦਾ ਹੈ, ਪਰ ਆਪਾਂ ਝੂਠ ਨਾਲ ਰੱਬ ਨੂੰ ਦੂਰ ਕਰ ਲਿਆ। ਉਹ ਕਿਹੜਾ ਪਿਓ ਹੈ ਜਿਹੜਾ ਪੁੱਤਰ ਕੋਲ ਨਹੀਂ ਆਉਣਾ ਚਾਹੁੰਦਾ? ਉਹ ਕਿਹੜਾ ਬਾਪ ਹੈ ਜਿਹੜਾ ਆਪਣੀ ਸੰਤਾਨ ਦੇ ਘਰ ਆਉਣਾ ਪਸੰਦ ਨਹੀਂ ਕਰੇਗਾ? ਹਰ ਬਾਪ ਚਾਹੇਗਾ, ਪਰ ਜੇ ਉਹਦਾ ਪੁੱਤ ਹੀ ਉਹਨੂੰ ਜਗ੍ਹਾ ਨਾ ਦੇਵੇ ਫਿਰ। ਸੋ ਸ਼ੁਰੂਆਤ ਆਪਾਂ ਸੱਚ ਤੋਂ ਕਰਨੀ ਹੈ। ਸੱਚ ਹੀ ਬੋਲੀਏ, ਝੂਠ ਦਾ ਪੱਲਾ ਛੱਡ ਦਈਏ। ਅੱਜ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਜਪਜੀ ਸਾਹਿਬ 'ਚੋਂ ਘੱਟੋ ਘੱਟ ਇਹ ਗੱਲ ਤਾਂ ਸੁਣ ਲਈ ਹੈ ਕਿ ਸੱਚ ਦੇ ਨਾਲ ਸਤਿਗੁਰ ਸਾਡੇ ਪਾਸੇ ਆਉਣਗੇ, ਆਪਾਂ ਸਤਿਗੁਰ ਵੱਲ ਚਲੇ ਜਾਵਾਂਗੇ। ਪਰ ਇਹ ਗੱਲ ਆਪਾਂ ਪੱਲੇ ਵੀ ਬੰਨੀਏ, ਅੱਜ ਤੋਂ ਹੀ ਇਹ ਗੱਲ ਨੂੰ ਆਪਾਂ ਆਪਣੀ ਡੇਲੀ ਲਾਈਫ 'ਤੇ ਅਪਲਾਈ ਵੀ ਕਰੀਏ ਕਿ ਝੂਠ ਨਹੀਂ ਬੋਲਣਾ। ਘੱਟੋ ਘੱਟ ਅੱਜ ਦਾ ਦਿਨ ਤਾਂ ਬਿਲਕੁਲ ਵੀ ਨਹੀਂ ਬੋਲਣਾ। ਜੇ ਆਪਾਂ ਅੱਜ ਦਾ ਦਿਨ ਕੋਸ਼ਿਸ਼ ਕਰਾਂਗੇ, ਆਪਾਂ ਨੂੰ ਪਤਾ ਲੱਗੇਗਾ ਕਿ ਕਿੰਨੀ ਕੁ ਵਾਰ ਆਪਾਂ ਝੂਠ ਬੋਲਦੇ ਹਾਂ। ਹੌਲੀ ਹੌਲੀ ਆਪਾਂ ਨੂੰ ਸਮਝ ਆਵੇਗੀ, ਤਾਂ ਇਹ ਪ੍ਰੈਕਟਿਸ ਲੰਮੀ ਵੀ ਚੱਲ ਸਕਦੀ ਹੈ।
ਪਰ ਇਹ ਇੰਨਾ ਸੌਖਾ ਨਹੀਂ। ਝੂਠ ਇੰਨੀ ਛੇਤੀ ਪਿੱਛਾ ਨਹੀਂ ਛੱਡਦਾ। ਅੱਜ ਹੀ ਆਪਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਨਿਮਾਣੇ ਬਣ ਕੇ ਕਿ ਪਰਮਾਤਮਾ ਅਣਜਾਣਪੁਣੇ 'ਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਹੁਣ ਸੱਚ ਦਾ ਪੱਲਾ ਫੜ ਸਕਾਂ, ਇੰਨਾ ਕੁ ਬਲ ਬਖਸ਼ ਦੇ। ਆਪਾਂ ਸਤਿਗੁਰ ਅੱਗੇ ਤਰਲੇ ਪਾਈਏ ਕਿ ਸਾਡੇ ਗਲੋਂ ਇਹ ਝੂਠ ਦਾ ਗਲਾਵਾਂ ਲਾਹ ਦੇਵੇ। ਜਿਸ ਤਰ੍ਹਾਂ ਇੱਕ ਨਸ਼ੇੜੀ ਲਈ ਨਸ਼ਾ ਛੱਡਣਾ ਬਹੁਤ ਔਖਾ ਹੈ, ਉਸੇ ਤਰ੍ਹਾਂ ਸਾਡੇ ਤੋਂ ਝੂਠ ਨੂੰ ਪਾਸੇ ਕਰਨਾ ਵੀ ਬਹੁਤ ਔਖਾ ਹੈ, ਇੰਨਾ ਸੌਖਾ ਨਹੀਂ। ਪਰ ਜੇ ਝੂਠ ਛੱਡ ਕੇ ਸੱਚ ਦਾ ਪੱਲਾ ਫੜ ਲਈਏ ਤਾਂ ਸਮਝੋ ਸੁੱਖਾਂ ਦੀ ਸ਼ੁਰੂਆਤ ਹੋ ਜਾਵੇਗੀ। ਜਿਹੜਾ ਕੁਛ ਆਪਾਂ ਸਤਿਗੁਰ ਦੇ ਅੱਗੋਂ ਮੰਗਦੇ ਹਾਂ, ਹੌਲੀ ਹੌਲੀ ਸਭ ਸਾਡੀ ਝੋਲੀ ਪੈ ਜਾਵੇਗਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚ ਦੇ ਰਸਤੇ 'ਤੇ ਚੱਲਦਿਆਂ ਸਾਰੀ ਦੁਨੀਆ ਵਡਿਆਈ ਕਰਦੀ ਹੈ। ਇੱਕ ਵਾਰ ਇੱਕ ਅਮੀਰ ਵਪਾਰੀ ਸੁਬਾਹ ਉੱਠਿਆ, ਇਸ਼ਨਾਨ ਪਾਣੀ ਕੀਤਾ, ਹੀਰੇ ਤੇ ਮੋਤੀਆਂ ਦੀ ਭਰੀ ਇੱਕ ਪਰਾਤ, ਜਿਹਦੇ ਵਿੱਚ ਸੋਨੇ ਦੀਆਂ ਮੋਹਰਾਂ ਵੀ ਸਨ, ਪਰਾਤ ਦੇ ਉੱਤੇ ਉਸਨੇ ਰੁਮਾਲ ਦਿੱਤਾ, ਚੰਗੀ ਤਰ੍ਹਾਂ ਕੱਜ ਬਣਾ ਕੇ ਸਿਰ 'ਤੇ ਚੱਕ ਲਈ, 8-10 ਨੌਕਰ ਨਾਲ ਲੈ ਲਏ ਅਤੇ ਗੋਇੰਦਵਾਲ ਵੱਲ ਨੂੰ ਚੱਲ ਪਿਆ। ਥੋੜ੍ਹੇ ਸਮੇਂ 'ਚ ਪਹੁੰਚ ਗਿਆ। ਉੱਥੇ ਜਾ ਕੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਅੱਗੇ ਰੱਖ ਦਿੱਤੀ। ਬੋਲਿਆ ਕੁਛ ਨਹੀਂ ਅਜੇ, ਕਿਉਂਕਿ ਵਿਣ ਬੋਲਿਆ ਸਭ ਕੁਛ ਜਾਣਦਾ। ਉਹ ਸਾਰਾ ਕੁਛ ਜਾਣਦਾ ਸੀ, ਜਾਣੀ ਜਾਣ ਸੀ। ਉਸ ਤੋਂ ਕਿਸ ਚੀਜ਼ ਦਾ ਪਰਦਾ ਸੀ? ਦੋਹਾਂ ਜਹਾਨਾਂ ਦੇ ਮਾਲਕ ਨੂੰ ਇਕੱਲੀ ਇਕੱਲੀ ਗੱਲ ਦਾ ਪਤਾ ਸੀ ਕਿ ਵਪਾਰੀ ਇੱਥੇ ਕਿਉਂ ਆਇਆ ਹੈ, ਕਿੱਥੋਂ ਆਇਆ ਹੈ ਤੇ ਕੀ ਕਰਨ ਆਇਆ, ਕੀ ਮੰਗਣ ਆਇਆ। ਵਪਾਰੀ ਦੇ ਮਨ ਵਿੱਚ ਕੀ ਸੀ? ਉਹ ਇਕੱਲੀ ਇਕੱਲੀ ਚੀਜ਼ ਦਾ ਜਾਣੀ ਜਾਣ ਸੀ, ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਸ ਨੂੰ ਸਾਰੀ ਦੁਨੀਆ ਦਾ ਪਤਾ ਹੈ, ਕਣ ਕਣ ਦਾ ਪਤਾ ਹੈ, ਕਿੱਥੇ ਕੀ ਚੱਲ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਪੁੱਛਿਆ ਕੁਛ ਨਹੀਂ, ਬੋਲੇ ਵੀ ਕੁਛ ਨਹੀਂ। ਪਰਾਤ ਜਦੋਂ ਅੱਗੇ ਰੱਖ ਦਿੱਤੀ, ਸੱਚੇ ਸਤਿਗੁਰ ਜੀ ਦੇ ਅੱਗੇ ਦੋਹੇ ਹੱਥ ਜੋੜ ਲਏ। ਸਤਿਗੁਰ ਜੀ ਨੇ ਕਿਹਾ, ਸੇਠ ਜੀ ਕਿਵੇਂ ਆਉਣਾ ਹੋਇਆ? ਕਹਿੰਦਾ, ਜੀ ਸੱਚ ਦਾ ਹੂਟਾ ਲੈਣ ਆਇਆ ਹਾਂ। ਮੇਰਾ ਜੀ ਕਰਦਾ ਹੈ ਮੇਰੀ ਪੀਂਘ ਚਲਾ ਦਿਓ ਇੱਕ ਵਾਰ, ਅਤੇ ਮੈਂ ਵੀ ਸਦਾ ਲਈ ਹੂਟੇ ਲੈਂਦਾ ਰਹਾਂ ਨਾਮ ਸਿਮਰਨ ਦੀ ਪੀਂਘ 'ਤੇ ਮੈਨੂੰ ਚੁਟਾ ਦਿਓ। ਬਾਬਾ ਅਮਰਦਾਸ ਜੀ ਕਹਿੰਦੇ, ਇਹ ਕੀ ਲੈ ਕੇ ਆਇਆ? ਇੱਥੇ ਆਪਣੇ ਵਿੱਚ ਵੀ ਬੜੇ ਲੋਕ ਨੇ ਜਿਹੜੇ ਦਸਵੰਧ ਦਿੰਦੇ ਨੇ, ਵਿਹਲੇ ਸਾਧਾਂ ਨੂੰ, ਪਖੰਡੀ ਲੋਕਾਂ ਨੂੰ, ਡੇਰੇਦਾਰਾਂ ਨੂੰ, ਅਤੇ ਇਹ ਸੋਚਦੇ ਨੇ ਸ਼ਾਇਦ ਸਾਡੇ ਦਸਵੰਧ ਦੇ ਬਦਲੇ ਸਾਡੇ ਸਾਰੇ ਕੰਮ ਆਪੋ ਆਪ ਬਣ ਜਾਣਗੇ। ਪਰ ਆਪਾਂ ਨੂੰ ਪਤਾ ਹੀ ਹੈ ਕਿ ਇਹਨਾਂ ਸਾਧਾਂ ਦਾ ਅੰਤ ਕੀ ਹੁੰਦਾ ਹੈ। ਬਾਲਿਆਂ ਦਾ ਅੰਤ ਤਾਂ TV ਚੈਨਲ ਵਿਖਾ ਦਿੰਦੇ ਨੇ, ਕਈ ਅਜੇ ਵੀ ਲੁਕੇ ਬੈਠੇ ਹੋਣਗੇ। ਸੋ ਸਾਧਾਂ ਨੂੰ ਮਾਇਆ ਦਿੱਤਿਆਂ ਕੁਝ ਨਹੀਂ ਬੰਨਾ ਭਾਈ। ਸਤਿਗੁਰ ਫਰਮਾਉਂਦੇ ਹਨ, ਕਰਮੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ। ਕਰਮ ਤੋਂ ਬਿਨਾਂ ਕੁਛ ਨਹੀਂ ਹੋਣਾ। ਜਿੰਨਾ ਚਿਰ ਬੰਦਿਆਂ ਤੂੰ ਖੁਦ ਉੱਠ ਕੇ ਅੰਮ੍ਰਿਤ ਵੇਲਾ ਨਹੀਂ ਸਾਂਭਿਆ, ਉਹਨਾਂ ਚਿਰ ਕੁਛ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਤੋਂ ਬਣਿਆ ਬਣਾਇਆ ਸੌਦਾ ਨਹੀਂ ਮਿਲਦਾ, ਇਹ ਤੈਨੂੰ ਖੁਦ ਤਿਆਰ ਕਰਨਾ ਪੈਣਾ ਹੈ। ਜਦੋਂ ਮਹਾਰਾਜ ਜੀ ਨੇ ਪੁੱਛਿਆ ਕਿ ਸੇਠਾ ਇਹ ਕੀ ਹੈ? ਮਹਾਰਾਜ ਹੀਰੇ ਜਵਾਹਰਾਤ ਮੋਤੀ ਚਾਂਦੀ ਨੇ। ਮਹਾਰਾਜ ਕਹਿੰਦੇ, ਅੱਛਾ ਝੂਟਿਆਂ ਦੀ ਕੀਮਤ ਲੈ ਕੇ ਆਇਆ ਹੈ। ਕਹਿੰਦਾ, ਮਹਾਰਾਜ ਆਹ ਛੋਟੀ ਜਿਹੀ ਭੇਂਟ ਹੈ, ਪਰ ਅੰਦਰੋਂ ਹੰਕਾਰ ਬੋਲ ਰਿਹਾ ਸੀ। ਹੰਕਾਰੀ ਤਰੀਕੇ ਨਾਲ ਕਿਹਾ ਕਿ ਆਹ ਛੋਟੀ ਜਿਹੀ ਭੇਂਟ ਹੈ, ਪਰ ਇਹਨੂੰ ਇਹ ਨਹੀਂ ਸੀ ਪਤਾ ਕਿ ਮਾਇਆ ਨਾਲ ਤਾਂ ਕੱਖ ਵੀ ਨਹੀਂ ਬਣਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੇ ਸਤਿਗੁਰਾਂ ਨੇ ਬਥੇਰੇ ਗਰੀਬਾਂ ਦੀ ਸਤਿਗੁਰ ਨੇ ਆਪ ਪੀਂਘ ਝੂਟਣ ਲਾਈ ਹੈ। ਬਹੁਤੇ ਥੋੜ੍ਹੇ ਅਮੀਰਾਂ ਦੇ ਹਿੱਸੇ ਆਇਆ ਹੈ, ਕਿਉਂਕਿ ਬਹੁਤੇ ਅਮੀਰ ਹਉਮੈ ਦਾ ਸ਼ਿਕਾਰ ਹੁੰਦੇ ਨੇ। ਤੁਹਾਨੂੰ ਵੀ ਪਤਾ ਹੋਏਗਾ, ਤੁਹਾਡੇ ਆਸ ਪੜੋਸ ਵੀ ਇਸ ਤਰ੍ਹਾਂ ਹੀ ਹੁੰਦਾ ਹੋਵੇਗਾ। ਮਹਾਰਾਜ ਕਹਿੰਦੇ, ਕਿਉਂ ਲੈ ਕੇ ਆਇਆ ਸਿੱਠਾ ਇਹ? ਮਹਾਰਾਜ, ਇਹ ਨਿਮਾਣੀ ਜਿਹੀ ਤੁਛ ਜਿਹੀ ਭੇਟਾ ਲੈ ਲਓ ਅਤੇ ਮੈਨੂੰ ਨਾਮ ਸਿਮਰਨ ਦਾ ਝੂਟਾ ਦੇ ਦਿਓ। ਸਤਿਗੁਰ ਕਹਿੰਦੇ, ਸੇਠ ਜੀ ਇੱਥੇ ਸਿਰ ਦੇਣਾ ਪੈਂਦਾ ਹੈ। ਗੁਰੂ ਨਾਨਕ ਦੇ ਦਰਬਾਰ ਇੱਥੇ ਤਾਂ ਆਪਾ ਕੁਰਬਾਨ ਕਰਨਾ ਪੈਂਦਾ ਹੈ। ਹੋ ਸਕਦਾ ਹੈ ਕਿ ਘਰ-ਬਾਰ ਵੀ ਛੱਡਣਾ ਪੈ ਜਾਵੇ, ਪਰਿਵਾਰਕ ਮੋਹ ਦਾ ਵੀ ਤਿਆਗ ਕਰਨਾ ਪੈਂਦਾ ਹੈ। ਤੇਰੀ ਮਾਇਆ ਨਾਲ ਤਾਂ ਕੁਛ ਵੀ ਨਹੀਂ ਬਣਨਾ ਸੇਠਾ। ਸ਼ਾਇਦ ਸੇਠ ਅਜੇ ਤੱਕ ਇਹ ਗੱਲ ਨਹੀਂ ਸੀ ਸਮਝਿਆ ਕਿ ਲਾਮ ਲਸ਼ਕਰ ਲੈ ਕੇ ਜਾਣ ਦੇ ਨਾਲ ਨਿਮਾਣੇ ਹੋਣ ਦੀ ਨਿਸ਼ਾਨੀ ਤਾਂ ਨਹੀਂ ਹੈ। ਗੁਰੂ ਨਾਨਕ ਦੇ ਦਰਬਾਰ ਸਿਰਫ ਨਿਮਾਣੇ ਪ੍ਰਵਾਨ ਚੜ੍ਹਦੇ ਨੇ ਜੋ ਸ਼ਾਹੀ ਪੁਸ਼ਾਕਾਂ 'ਚ ਰਹਿੰਦੇ ਹੋਣ, ਸ਼ਾਹੀ ਖਾਣਿਆਂ 'ਚ ਰਹਿੰਦੇ ਹੋਣ। ਉਹ ਨਿਮਾਣੇ ਕਿਵੇਂ ਹੋ ਸਕਦੇ ਨੇ? ਸੇਠ ਸ਼ਾਇਦ ਅਜੇ ਵੀ ਇਹ ਗੱਲ ਨਹੀਂ ਸੀ ਸਮਝ ਸਕਿਆ ਕਿ ਸਤਿਗੁਰ ਨਾਨਕ ਦੇ ਦਰਬਾਰ ਤਾਂ ਇੱਕ ਤਿਣਕ ਮਾਸਾ ਹੰਕਾਰ ਵਾਲਾ ਵੀ ਪ੍ਰਵਾਨ ਨਹੀਂ ਚੜ੍ਹਦਾ। ਉਹ ਤਾਂ ਸਾਰਾ ਇੱਕ ਹੰਕਾਰ ਦਾ ਪੁਤਲਾ ਸੀ। ਇੱਥੇ ਮੇਰੇ ਵਰਗੇ ਵੀ ਬਹੁਤੇ ਛੋਟੀ ਸਮਝ ਵਾਲੇ ਸਾਰੀ ਉਮਰ ਇਹੀ ਗੱਲ ਨਹੀਂ ਸਮਝ ਸਕਦੇ। ਹਉਮੈ ਬਹੁਤ ਹੀ ਮਾੜੀ ਚੀਜ਼ ਹੈ। ਲੋਭ, ਹੰਕਾਰ, ਇਹ ਸਾਡੇ ਦੁਸ਼ਮਣ ਹਨ। ਪਰ ਸਾਡੇ ਅੱਜ ਦੇ ਸਮਾਜ ਵਿੱਚ ਅਸੀਂ ਕੁਰਾਹੇ ਪੈ ਗਏ ਹਾਂ। ਹੰਕਾਰ ਕੀਤੇ ਬਿਨਾਂ ਸਾਡਾ ਗੁਜ਼ਾਰਾ ਹੋ ਹੀ ਨਹੀਂ ਸਕਦਾ। 2 ਰੁਪਏ ਦਾ ਦਾਨ ਕਰਕੇ ਵੀ ਅਸੀਂ 50 ਫੋਟੋਆਂ ਖਿੱਚ ਲੈਂਦੇ ਹਾਂ ਅਤੇ ਦਾਨੀਆਂ ਖਵਾਉਂਦੇ ਹਾਂ।
ਕਿਤੇ ਸਾਂਝੀ ਜ਼ਰੂਰਤ 'ਤੇ ਸਾਂਝੇ ਕੰਮ 'ਤੇ 4 ਪੈਸੇ ਲਾ ਦੇਈਏ ਤਾਂ ਉਸ ਜਗ੍ਹਾ 'ਤੇ ਜਿੰਨਾ ਚਿਰ ਮੋਟੇ-ਮੋਟੇ ਅੱਖਰਾਂ ਦੇ ਵਿੱਚ ਸਾਡਾ ਨਾਮ ਨਾ ਲਿਖਿਆ ਜਾਵੇ ਸਾਡਾ ਗੁਜ਼ਾਰਾ ਹੀ ਨਹੀਂ ਹੁੰਦਾ, ਸਾਨੂੰ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ। ਪਰ ਉਸ ਲਿਖੇ ਨਾਮ ਦੀ ਫੋਟੋ ਲੈ ਕੇ ਅਸੀਂ ਗਾਂਹ ਸੋਸ਼ਲ ਮੀਡੀਆ 'ਤੇ 36 ਥਾਵਾਂ 'ਤੇ ਅਪਲੋਡ ਵੀ ਕਰਨੀ ਹੁੰਦੀ ਹੈ। ਅੱਜ ਕੱਲ੍ਹ ਆਮ ਲੋਕ ਸਾਡੇ ਲੀਡਰ ਸਾਰੀਆਂ ਹੱਦਾਂ ਲੰਘ ਟੱਪ ਗਏ ਨੇ। ਸਾਡੇ ਹੀ ਪੈਸੇ ਲੈ ਕੇ ਸਾਡੇ ਸਿਰੋਂ ਐਸ਼ੋ ਆਰਾਮ ਕਰਕੇ 1% ਤੋਂ ਵੀ ਘੱਟ ਰੁਪਈਏ ਸਾਡੇ 'ਤੇ ਖਰਚ ਕੇ ਬਹੁਤ ਵੱਡੇ ਦਾਨੀਆਂ ਖਵਾਉਂਦੇ ਫਿਰਦੇ ਨੇ, ਆਪਣੀਆਂ ਸਟੇਜਾਂ ਤੋਂ ਆਪਦੇ ਸੋਲੇ ਆਪ ਹੀ ਖਵਾਉਂਦੇ ਫਿਰਦੇ ਨੇ। ਖੈਰ, ਇਹ ਗੱਲ ਹੋਰ ਪਾਸੇ ਨੂੰ ਜਾਵੇਗੀ। ਅੱਜ ਦਾ ਜਿਹੜਾ ਆਪਣਾ ਵਿਸ਼ਾ ਸੀ ਕਿ ਸੰਸਾਰ ਦੁਖੀ ਕਿਉਂ ਹੈ, ਅਸੀਂ ਦੁਖੀ ਕਿਉਂ ਹਾਂ, ਉਸ ਦਾ ਕਾਰਨ ਆਪਾਂ ਸਮਝ ਗਏ ਹੋਵਾਂਗੇ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਪਰ ਬਾਣੀ ਸੁਣਨੀ ਪੈਣੀ ਹੈ, ਕੰਨਾਂ ਦੇ ਵਿੱਚ ਪਾਉਣੀ ਪੈਣੀ ਹੈ। ਇਹ ਨਹੀਂ ਕਿ ਇੱਕ ਕੰਨ ਤੋਂ ਸੁਣ ਕੇ ਦੂਜੇ 'ਚ ਕੱਢ ਦਈਏ। ਪਹਿਲਾਂ ਆਪਾਂ ਆਪਣਾ ਦਿਮਾਗ ਖਾਲੀ ਕਰੀਏ, ਇਹਦੇ 'ਚੋਂ ਹੰਕਾਰ ਲੋਭ ਮੋਹ ਕੱਢੀਏ। ਉਸ ਤੋਂ ਬਾਅਦ ਖਾਲੀ ਸਿਰ ਦੇ ਵਿੱਚ ਜਦੋਂ ਸਤਿਗੁਰ ਦੀ ਗੱਲ ਪਵੇਗੀ ਆਪਣੇ ਆਪ ਹੀ ਦੁੱਖ ਰੋਗ ਸੰਤਾਪ ਉਤਰਨ ਲੱਗ ਜਾਣਗੇ। ਆਪਾਂ ਅੱਜ ਪ੍ਰਣ ਕਰੀਏ ਕਿ ਅਸੀਂ ਹੰਕਾਰ ਦਾ ਪੱਲਾ ਛੱਡ ਦਿਆਂਗੇ, ਅਸੀਂ ਝੂਠ ਦਾ ਪੱਲਾ ਛੱਡ ਦਿਆਂਗੇ ਅਤੇ ਸਤਿਗੁਰ ਦੇ ਅੱਗੇ ਆਪਾਂ ਅੱਜ ਹੀ ਅਰਦਾਸ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ, ਸਾਡੇ 'ਤੇ ਕਿਰਪਾ ਕਰ। ਬਾਣੀ ਪੜ੍ਹਦਿਆਂ ਸੁਣਦਿਆਂ ਕਥਾ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਅਣਜਾਣ ਬੱਚੇ ਜਾਣ ਕੇ ਮਾफ़ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।